ਸਾਰੇ ਰੋਣ ਲੱਗ ਪਏ। ਕਹਿੰਦੇ ਨੇ ਸਾਨੂੰ ਦੱਸੋ ਤੇ ਸਹੀ ਹੋਇਆ ਕੀ ਹੈ। ਕਹਿੰਦਾ ਮੈਂ ਕਿਹਾ ਚੁੱਪ ਕਰਕੇ ਜੋ ਕੋਈ ਲੱਭਦਾ ਜੇ ਖਾ ਲਓ, ਕੋਸ਼ਿਸ਼ ਕਰੋ ਅਗਰ ਛੁਪ ਸਕਦੇ ਹੋ ਨਾਲ ਆਪਣੀ ਖੁਰਾਕ ਲੈ ਕੇ ਤੇ ਛੁਪ ਜਾਓ। ਕਹਿੰਦਾ ਉਹ ਆਖਣ ਸਾਨੂੰ ਦੱਸੋ ਤੇ ਸਹੀ ਮਸਲਾ ਕੀ ਬਣਿਆ। ਉਹਨੇ ਆਖਿਆ ਥੋੜੀ ਦੇਰ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ। ਜ਼ਿਆਦਾ ਤੋਂ ਜ਼ਿਆਦਾ ਅਸੀਂ 4-5 ਘੰਟੇ ਜਿਹੜਾ ਅਸੀਂ ਆਜ਼ਾਦ ਆ, ਉਸ ਤੋਂ ਬਾਅਦ ਜਿਹੜਾ ਅਸੀਂ ਫਸ ਜਾਾਂਗੇ। ਕਹਿੰਦਾ ਹਾਲਾਂਕਿ ਮੈਂ ਵਾਇਰਲੈਸ ਕਰ ਛੜੀ ਸੀ ਕਿ ਅਸੀਂ ਜਿਹੜਾ ਫਸ ਗਏ ਆ। ਅਗੂ ਜਿਹੜਾ ਉਹਨਾਂ ਨੂੰ ਇਤਲਾਹ ਦੇ ਦਿੱਤੀ ਸੀ ਲੇਕਿਨ ਉਹ ਨਹੀਂ ਸੀ ਪਹੁੰਚ ਸਕਦੇ। ਜ਼ਾਹਿਰੀ ਗੱਲ ਹੈ ਕਹਿੰਦਾ ਜਿਹੜੀ ਪ੍ਰੋਬਲਮ ਬਣ ਗਈ ਸੀ। ਕਹਿੰਦਾ ਅਸੀਂ ਇਸ ਟਾਈਮ ਸਾਂ ਸ੍ਰੀਲੰਕਾ ਦੇ ਸਮੁੰਦਰ ਵਿੱਚ। ਕਹਿੰਦਾ ਸ੍ਰੀਲੰਕਾ ਦੇ ਸਮੁੰਦਰ ਜਿਹੜਾ ਨਾ ਅਕਸਰ ਜਿਹੜਾ ਜਹਾਜ਼ਾਂ ਨੂੰ ਜਿਹੜਾ ਅਗਵਾ ਕਰ ਲੈਂਦੇ ਸੀ। ਕਹਿੰਦਾ ਉਹਨਾਂ ਨੇ ਜਿਹੜਾ ਪਰਿੰਦਾ ਰੱਖਿਆ ਸੀ ਉਹ ਪਰਿੰਦੇ ਦੇ ਵਿੱਚ ਲੱਗੀ ਆ ਸੀ ਜਿਹੜਾ ਲੋਕੇਸ਼ਨ ਵਾਲਾ। ਕਹਿੰਦਾ ਉਹ ਪਤਾ ਲੱਗ ਜਾਂਦਾ ਸੀ ਉਹਨਾਂ ਨੂੰ ਅਗਰ ਇੱਕੋ ਜਗ੍ਹਾ ਤੇ ਉਹ ਪਰਿੰਦਾ ਆ ਕੇ ਬਹਿ ਜੇ ਰੁਕ ਜੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਜਗ੍ਹਾ ਤੇ ਜਹਾਜ਼ ਹੈ ਤੇ ਉਹ ਉੱਥੇ ਤੱਕ ਪਹੁੰਚ ਆਉਂਦੇ ਨੇ। ਉਹਨਾਂ ਕੋਲ ਕਸ਼ਤੀਆਂ ਹੁੰਦੀਆਂ ਨੇ ਬੜੀਆਂ ਸਪੀਡ ਵਾਲੀਆਂ, ਵੱਡੀ ਮੋਟਰ ਵਾਲੀਆਂ। ਕਹਿੰਦਾ ਉਹ ਪਤਾ ਹੀ ਨਹੀਂ ਲੱਗਦਾ 3-4 ਘੰਟੇ ਜੋ ਬੰਦੇ ਕੋਲ ਪਹੁੰਚ ਆਉਂਦੇ ਨੇ। ਬਹਰਹਾਲ ਕਹਿੰਦਾ ਫਿਰ ਅਸੀਂ ਦੁਆ ਸਾਰੇ ਕਰਨਾ ਸ਼ੁਰੂ ਹੋ ਗਏ। ਪਿਛਾਂ ਵੀ ਇਤਲਾਹ ਦੇ ਦਿੱਤੀ ਸੀ ਕਿ ਇਸ ਤਰ੍ਹਾਂ ਜਿਹੜਾ ਸਾਡੇ ਨਾਲ ਮਸਲਾ ਜਿਹੜਾ ਉਹ ਬਣਨ ਵਾਲਾ। ਬਸ ਕਹਿੰਦਾ ਉਹਨਾਂ ਨੂੰ ਮੈਂ ਆਖਿਆ ਬਸ ਜਿਸ ਵੇਲੇ ਕੋਲ ਆ ਗਏ ਨਾ ਤੇ ਤੁਸੀਂ ਆਪਣੀ ਜਗ੍ਹਾ ਬਣਾ ਲਓ ਤੇ ਤੁਸੀਂ ਕੋਸ਼ਿਸ਼ ਕਰਿਓ ਅਗਰ ਛੁਪ ਜਾਓ ਤੇ। ਲੇਕਿਨ ਉਹ ਹਰ ਜਗ੍ਹਾ ਚੈੱਕ ਕਰਦੇ ਨੇ। ਉਹਨਾਂ ਨੇ ਜਿਹੜਾ ਤੁਹਾਨੂੰ ਲਾਜ਼ਮੀ ਢੂੰਡ ਲੈਣਾ। ਕਹਿੰਦਾ ਉਹਨਾਂ ਨੂੰ ਪੁੱਛਿਆ ਨਾਲ ਕਿ ਤੁਸੀਂ ਇਹ ਦੱਸੋ ਕਿ ਮਾਰ ਖਾ ਸਕਦੇ ਹੋ ਜਾਂ ਨਹੀਂ, ਜਾਂ ਪੈਸਾ ਦੇ ਸਕਦੇ ਹੋ। ਉਹਨਾਂ ਆਖਿਆ ਜੀ ਪੈਸਾ ਸਾਡੇ ਕੋਲ ਤੇ ਹੈ ਹੀ ਕੋਈ ਨਹੀਂ, ਬਿਲਕੁਲ ਅਸੀਂ ਤੇ ਬੜੇ ਮਾੜੇ ਘਰਾਂ ਦੇ। ਉਹਨਾਂ ਆਖਿਆ ਚਲੋ ਫਿਰ ਚੁੱਪ ਕਰਕੇ ਬਹਿ ਜਾਓ, ਆਪੇ ਦੇਖਦੇ ਆ ਕੀ ਹੁੰਦਾ। ਕਹਿੰਦਾ ਅੱਗੋਂ ਮੈਨੂੰ ਪੁੱਛਣ ਲੱਗ ਪਏ ਕਿ ਅਗਰ ਉਹ ਆ ਜਾਣਗੇ ਸਾਨੂੰ ਆ ਕੇ ਗਵਾਹ ਕਰ ਲੈਣਗੇ ਜਾਂ ਕੈਦ ਕਰ ਲੈਣਗੇ ਤੇ ਤੁਹਾਨੂੰ ਅੱਗੇ ਕਦੇ ਇਸ ਤਰ੍ਹਾਂ ਦਾ ਵਾਕਿਆ ਪੇਸ਼ ਹੈ। ਉਹਨੇ ਆਖਿਆ ਮੇਰੇ ਨਾਲ ਤੇ ਪੇਸ਼ ਨਹੀਂ ਆਇਆ ਲੇਕਿਨ ਮੇਰੇ ਦੋਸਤਾਂ ਨਾਲ ਪੇਸ਼ ਆਇਆ ਤੇ ਉਹਨਾਂ ਨੂੰ ਬੜਾ ਮਾਰਿਆ ਸੀ ਨੇ ਜਿਹੜਾ ਕਿੱਲ ਲਾ ਕੇ ਡੰਡਿਆਂ ਨਾਲ ਤੇ ਉਹਨਾਂ ਨਾਲ ਕੁੱਟਦੇ ਰਹਿੰਦੇ ਸੀ, ਭੁੱਖਿਆਂ ਰੱਖਦੇ ਸੀ, ਪੈਸਾ ਮੰਗਦੇ ਸੀ। ਹਾਲਾਂਕਿ ਸਾਰਾ ਸ਼ਿਪ ਲੁੱਟ ਕੇ ਫਿਰ ਵੀ ਉਹ ਹੋਰ ਮਾਲ ਚਾਹੁੰਦੇ ਸੀ, ਇਸ ਵਾਸਤੇ ਉਹ ਅਗਵਾ ਕਰਕੇ ਨਾ ਲੈ। ਕਹਿੰਦਾ ਜਿਸ ਵੇਲੇ ਉਹਨਾਂ ਨੂੰ ਦੱਸਿਆ ਤੇ ਰੋਣ ਲੱਗ ਪਏ, ਕੰਮਣ ਲੱਗ ਪਏ ਕਿ ਅਸੀਂ ਜਿਹੜਾ ਹੁਣ ਕਿਸ ਤਰ੍ਹਾਂ ਬਚਾਂ। ਉਹਨੇ ਆਖਿਆ ਬਸ ਚੁੱਪ ਕਰਕੇ ਬਹਿ ਜਾਓ, ਦੁਆ ਕਰੋ ਕਿ ਹੁਣ ਅਸੀਂ ਬਚ ਜਾਈਏ। ਬਹਰਹਾਲ ਕਹਿੰਦਾ ਸਾਰੇ ਅਗੂ ਜ਼ਾਰੀ ਗੱਲ ਦੁਆ ਹੀ ਕਰਨੀ ਸੀ, ਹੋਰ ਤੇ ਕਰ ਵੀ ਕੁਝ ਨਹੀਂ ਸੀ ਸਕਦੇ। ਬਹਰਹਾਲ ਕਹਿੰਦਾ ਅਸੀਂ ਚੁੱਪ ਕਰਕੇ ਕਹਿੰਦਾ ਮੈਂ ਵੀ ਜੋ ਕੁਝ ਖਾ ਸਕਦਾ ਸਾਂ ਮੈਂ ਕੋਸ਼ਿਸ਼ ਕੀਤੀ, ਖਾਧੀ। ਕਹਿੰਦਾ ਅੱਗੂ ਚਲੇ 6 ਘੰਟੇ ਗੁਜ਼ਰੇ ਨਾ ਤੇ ਕਹਿੰਦਾ ਸਾਨੂੰ ਦੂਰਬੀਨ 'ਚੋਂ ਨਜ਼ਰ ਆ ਗਿਆ ਕਿ 6-7 ਜਿਹੜੀਆਂ ਕਸ਼ਤੀਆਂ ਨੇ ਉਹ ਸਾਡੇ ਵੱਲ ਆ ਰਹੀਆਂ ਨੇ। ਕਹਿੰਦਾ ਉਹਨੇ ਦੱਸਿਆ ਸਰ ਜੀ ਇਹ ਸਾਡੇ ਵੱਲ ਆ ਰਹੇ ਨੇ ਔਰ ਤਕਰੀਬਨ 15-20 ਮਿੰਟਾਂ ਤੱਕ ਇੱਥੇ ਪਹੁੰਚ ਆਉਣਗੇ। ਕਹਿੰਦਾ ਅਸੀਂ ਵੀ ਚੁੱਪ ਕਰਕੇ ਬਹਿ ਰਹੇ, ਜ਼ਾਰੀ ਗੱਲ ਆ ਕਰ ਕੇ ਸਕਦੇ। ਕਹਿੰਦਾ ਅਸਾਂ ਸ਼ਿਪ ਜਿਹੜਾ ਉਹ ਬੰਦ ਕਰ ਦਿੱਤਾ। ਕਹਿੰਦਾ ਚਲੇ ਸ਼ਿਪ ਬੰਦ ਕੀਤਾ, ਉਹ 20 ਮਿੰਟਾਂ ਤੱਕ ਹੀ ਕਸ਼ਤੀ ਇੱਧਰ ਹੀ ਇੱਧਰ। ਕਹਿੰਦਾ ਉਹਨਾਂ ਸਾਨੂੰ ਆ ਕੇ ਘੇਰਾ ਪਾ ਲਿਆ। ਕਹਿੰਦਾ ਘੇਰਾ ਪਾਉਂ ਤੇ ਸਾਨੂੰ ਆਂਦੇ ਨੇ ਕਿ ਪੌੜੀ ਥੱਲੇ ਸੱਟੋ। ਕਹਿੰਦਾ ਅੱਗੋਂ ਅਸੀਂ ਕਰ ਵੀ ਕਹਿ ਸਕਦੇ ਸੀ, ਅਸਾਂ ਤੇ ਸੱਟਣੀ ਸੀ। ਕਹਿੰਦਾ ਹਰ ਪਾਸੇ ਸਮੁੰਦਰ ਹੀ ਸਮੁੰਦਰ ਸੀ, ਅਸੀਂ ਨੱਸ ਤੇ ਸਕਦੇ ਹੀ ਨਹੀਂ ਸੀ। ਉਹਨਾਂ ਕੋਲ ਤੇ ਬੰਦੂਕਾਂ ਵੀ ਐ ਸੀ, ਉਹ ਸਾਨੂੰ ਛੱਡਣ ਨਾ ਹਾਰ। ਕਹਿੰਦਾ ਫਿਰ ਮੈਂ ਉਹਨੂੰ ਆਖਿਆ ਕਿ ਚੱਲ ਸਹੀ ਹੈ 60 ਸੀੜੀ। ਕਹਿੰਦਾ ਚਲੇ ਸੱਟੀ ਥੱਲੇ। ਕਹਿੰਦਾ ਉਹ ਚੜ੍ਹ ਕੇ ਉੱਤੇ ਆ। ਉਹਨੇ ਆਖਿਆ ਇੱਧਰ ਆ ਜਾਓ ਸਾਰੇ ਇਕੱਠੇ ਹੋ ਜਾਓ ਨਾਲ। ਉਹਨੇ ਕਹਿੰਦਾ ਮੈਨੂੰ ਇਹ ਗੱਲ ਆਖੀ ਕਿ ਜੇ ਅਗਰ ਕੋਈ ਛੁਪਿਆ ਤੇ ਉਹਨੂੰ ਆਹੋ ਨਿਕਲ ਆਵੇ, ਕਿਉਂਕਿ ਉਸ ਤੋਂ ਬਾਅਦ ਅਗਰ ਅਸੀਂ ਢੂੰਡਿਆ ਤੇ ਅਗਰ ਉਹ ਬੰਦਾ ਨਿਕਲ ਆਇਆ ਤੇ ਅਸੀਂ ਜਿਹੜਾ ਉਹਨੂੰ ਜਾਨੂ ਮਾਰ ਦਿਆਂਗੇ, ਸਮੁੰਦਰ 'ਚ ਹੀ ਸੱਟ ਦਿਆਂਗੇ। ਕਹਿੰਦਾ ਮੈਂ ਕਿਹਾ ਨਹੀਂ ਜਿਹੜੇ ਬੰਦੇ ਆ ਨੇ ਆ ਗਏ ਨੇ। ਕਹਿੰਦਾ ਬਹਰਹਾਲ ਇੱਕ ਮੋੜਾ ਜਿਹੜਾ ਨਾ ਉਹ ਵਿੱਚੋਂ ਜਿਹੜਾ ਕੋਨਾ ਆਇਆ ਉਹ ਛੁਪਿਆ ਰਿਹਾ। ਕਹਿੰਦਾ ਮੈਂ ਢੇਰ ਕੋਸ਼ਿਸ਼ ਕੀਤੀ, ਜਾ ਕੇ ਥੱਲੇ ਆਵਾਜ਼ਾਂ ਵੀ ਮਾਰੀਆਂ ਅਗਰ ਤੂੰ ਐ ਤੇ ਬਾਹਰ ਨਿਕਲਿਆ, ਲੇਕਿਨ ਕਹਿੰਦਾ ਉਹ ਮੋੜਾ ਜਿਹੜਾ ਵਿੱਚੋਂ ਕੋਨਾ ਨਿਕਲਿਆ। ਕਹਿੰਦਾ ਉਹ ਜਿਹੜਾ ਜਿਸ ਜਗ੍ਹਾ ਤੇ ਛੁਪਿਆ ਸੀ ਉਹ ਛੁਪਿਆ ਹੀ ਰਿਹਾ। ਕਹਿੰਦਾ ਬਹਰਹਾਲ ਅਸੀਂ ਕੀ ਕਰ ਸਕਦੇ ਸਾਂ। ਕਹਿੰਦਾ ਬਹਰਹਾਲ ਉਹਨਾਂ ਸਾਡੇ ਸਾਰਿਆਂ ਨੂੰ ਨਾ ਵਿੱਚ ਜਿਹੜਾ ਸ਼ਿਪ ਦੇ ਉਹ ਸਾਈਡ ਤੇ ਬਿਠਾ ਦਿੱਤਾ। ਕਹਿੰਦਾ ਉਹਨਾਂ ਨੇ ਆਖਿਆ ਚਲੋ ਜੀ ਸ਼ਿਪ ਸਟਾਰਟ ਕਰੋ ਤੇ ਇਹ ਸਾਈਡ ਤੇ ਕਰੋ। ਕਹਿੰਦਾ ਜਿਹੜਾ ਸ਼ਿਪ ਉਸ ਸਾਈਡ ਤੇ ਲੈ ਗਏ। ਕਹਿੰਦਾ ਨਾਲ ਸਾਨੂੰ ਜਿਹੜਾ ਨਾ ਉਹ ਆਖਣ ਕਿ ਤੁਸੀਂ ਜਿਹੜਾ ਨਾ ਪੈਸਾ ਕੱਢੋ, ਜੋ ਕੁਝ ਹੈ ਥੱਲੇ ਵੀ ਹੈ। ਕਹਿੰਦਾ ਸਭ ਕੁਝ ਉਹਨਾਂ ਮਾਲ ਸਾਡੇ ਕੋਲ ਕਢਾ ਕੇ ਇੱਕ ਕਸ਼ਤੀ ਦੇ ਥੱਲੇ ਰਖਾ ਕੇ ਤੇ ਕਹਿੰਦਾ ਉਹ ਕਸ਼ਤੀ ਲੈ ਕੇ ਗਈ, ਨਿਕਲ ਗਈ। ਕਹਿੰਦਾ ਕਸ਼ਤੀ ਟੁਰ ਗਈ 4-5 ਘੰਟਿਆਂ ਬਾਅਦ ਫਿਰ ਉਹ ਕਸ਼ਤੀ ਜਿਹੜੀ ਆ ਉਹ ਵਾਪਸ ਆ ਗਈ। ਕਹਿੰਦਾ ਜਿਸ ਵੇਲੇ ਵਾਪਸ ਆਈ ਆਸਤਾ ਸਾਨੂੰ ਕਹਿੰਦਾ ਤੁਸੀਂ ਸਾਰੇ ਥੱਲੇ ਢਲੋ। ਕਹਿੰਦਾ ਸਾਨੂੰ ਸਾਰਿਆਂ ਨੂੰ ਜਿਹੜਾ ਕਸ਼ਤੀਆਂ 'ਚ ਉਹਨਾਂ ਬਿਠਾਉਣਾ ਸ਼ੁਰੂ ਕਰ ਦਿੱਤਾ। ਕਹਿੰਦਾ ਕਸ਼ਤੀਆਂ ਲੈ ਕੇ ਸਾਨੂੰ ਤੇ ਜੂੰ ਹੀ ਖੁਸ਼ਕੀ ਤੇ ਗਈਆਂ ਨੇ। ਕਹਿੰਦਾ ਨਾਲ ਹੀ ਅੱਗੇ ਉਹਨਾਂ ਨੇ ਇੱਕ ਡਾਲਾ ਜਿਹਾ ਖਿਲਾਇਆ ਸੀ। ਕਹਿੰਦਾ ਡਾਲੇ 'ਚ ਸਾਨੂੰ ਪਏ ਨੇ ਜਿਸ ਤਰ੍ਹਾਂ ਕਿਸੇ ਭੇਡਾਂ ਬੱਕਰੀਆਂ ਨੂੰ ਪਾਉਂਦੇ ਨੇ। ਕਹਿੰਦਾ ਨਾਲ ਧੱਕੇ ਮਾਰ ਕੇ ਨਾਲ ਜਿਹੜਾ ਬੰਦੂਕਾਂ ਦੇ ਪਿੱਛੋਂ ਬ੍ਰੈਸਟ ਮਾਰ ਕੇ ਤੇ ਕਹਿੰਦਾ ਸਾਨੂੰ ਉਹਨਾਂ ਉਹਦੇ 'ਚ ਬਿਠਾ ਦਿੱਤਾ। ਕਹਿੰਦਾ ਬਿਠਾ ਕੇ ਅੱਗੋਂ ਸਾਰੇ ਪਾਸੇ ਹਨੇਰਾ ਸੀ, ਸਾਨੂੰ ਨਹੀਂ ਸੀ ਪਤਾ ਲੱਗ ਰਿਹਾ ਕਿ ਅਸੀਂ ਕਿੱਧਰ ਜਾ ਰਹੇ ਹਾਂ। ਕਹਿੰਦਾ ਬਾਹਰ ਅਸੀਂ ਟੁਰ ਗਏ। ਉਹ ਸਾਰੇ ਆਖਣ ਕਿ ਹੁਣ ਸਾਡਾ
ਕੀ ਬਣੇਗਾ। ਕਹਿੰਦਾ ਮੈਂ ਕਿਹਾ ਬਸ ਹੁਣ ਦੁਆ ਕਰੋ ਕਿ ਸਾਨੂੰ ਛੱਡ ਦੇਣ, ਅਗਰ ਨਾ ਛੱਡੂ ਤਾਂ ਬੜਾ ਜ਼ੁਲਮ ਹੋਣਾ ਸਾਡੇ ਤੇ। ਬਹਰਹਾਲ ਕਹਿੰਦਾ ਅਸੀਂ ਜਿਹੜਾ ਨਾ ਇਸੇ ਤਰ੍ਹਾਂ ਜਿਹੜਾ ਟੁਰਦੇ ਗਏ, ਕਹਿੰਦਾ ਉਹਨਾਂ ਬੜੇ ਅਗੂ ਜੰਪ ਲੱਗਣ, ਬੜੇ ਇੱਧਰ ਡਿੱਗੀਏ ਉੱਧਰ ਡਿੱਗੀਏ, ਗੱਡੀ ਵਿੱਚ ਸਾਨੂੰ ਪਤਾ ਲੱਗ ਰਿਹਾ ਸੀ ਕਿਸੇ ਕੱਚੀ ਜਗ੍ਹਾ ਸਾਨੂੰ ਲੈ ਕੇ ਜਾ ਰਹੇ ਨੇ। ਬਹਰਹਾਲ ਕਹਿੰਦਾ ਉਹਨਾਂ ਕਾਫੀ ਸਫ਼ਰ ਕੀਤਾ। ਉਸ ਤੋਂ ਬਾਅਦ ਸਾਨੂੰ ਆ ਕੇ ਇੱਕ ਪੁਰਾਣਾ ਜਿਹਾ ਮਕਾਨ ਉੱਥੇ ਖਲਾਇਆ। ਕਹਿੰਦਾ ਅੱਗੇ ਪਿੱਛੇ ਸਾਰੀ ਚਾਰ ਦੀਵਾਰੀ ਸੀ ਤੇ ਦਰਖਤ ਹੀ ਦਰਖਤ ਸੀ, ਸਾਨੂੰ ਤੇ ਪਤਾ ਨਹੀਂ ਸੀ ਲੱਗ ਰਿਹਾ ਕਿ ਅਸੀਂ ਕਿਸ ਜਗ੍ਹਾ ਤੇ ਆ। ਬਹਰਹਾਲ ਕਹਿੰਦਾ ਉਹਨਾਂ ਜਿਸ ਵੇਲੇ ਸਾਨੂੰ ਉੱਥੇ ਅੰਦਰ ਖੜਿਆ ਕਮਰੇ 'ਚ, ਕਹਿੰਦਾ ਕਮਰੇ 'ਚ ਇਤਨੀ ਗੰਦਗੀ ਸੀ, ਪਤਾ ਲੱਗ ਰਿਹਾ ਸੀ ਕਿ ਇਹਨਾਂ ਅੱਗੇ ਵੀ ਬੰਦੇ ਲਿਆ ਕੇ ਇੱਥੇ ਰੱਖੇ ਸੀ। ਕਹਿੰਦਾ ਖੂਨ ਵੀ ਜਿਹੜਾ ਦੀਵਾਰਾਂ ਨਾਲ ਲੱਗਿਆ ਸੀ। ਕਹਿੰਦਾ ਸਾਨੂੰ ਸਮਝ ਲੱਗ ਗਿਆ ਕਿ ਸਾਡੀ ਖੈਰ ਨਹੀਂ ਹੈ। ਕਹਿੰਦਾ ਜਿਸ ਵੇਲੇ ਅਸੀਂ ਅੰਦਰ ਬਹਿ ਰਹੇ ਸਾਰੇ ਜਿਹੜਾ ਰੋਣ ਲੱਗੇ, ਡਰਨ ਲੱਗੇ, ਲੇਕਿਨ ਕਹਿੰਦਾ ਮੈਂ ਬਜ਼ਾਤੇ ਖੁਦ ਜਿਹੜਾ ਹੌਸਲੇ ਵਿੱਚ ਸਾਂ। ਮੈਂ ਕਿਹਾ ਕੋਈ ਮਸਲਾ ਨਹੀਂ, ਜਿਹੜਾ ਅੱਲਾ ਖੈਰ ਕਰੇਗਾ। ਕਹਿੰਦਾ ਬਹਰਹਾਲ ਜਿਸ ਵੇਲੇ ਮੈਂ ਜ਼ਾਰੀ ਗੱਲ ਆ, ਕਹਿੰਦਾ ਮੈਂ ਵਰਦੀ ਵਗੈਰਾ ਪਾਈ ਸੀ। ਕਹਿੰਦਾ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਇੱਕ ਸਰਬਰਾਹ ਆਇਆ, ਕਹਿੰਦਾ ਆ ਕੇ ਉਹਨੇ ਨਕਾਬ ਕੀਤਾ ਸੀ, ਆ ਕੇ ਕੁਰਸੀ ਦੇ ਸਾਹਮਣੇ ਬਹਿ ਰਿਹਾ। ਉਹਨੇ ਆਖਿਆ ਗੱਲ ਸੁਣੋ, ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ, ਸਾਨੂੰ ਚਾਹੀਦਾ ਹੁੰਦਾ ਪੈਸਾ। ਅਗਰ ਸਾਨੂੰ ਪੈਸਾ ਮਿਲੇਗਾ, ਜਿਹੜਾ ਪੈਸਾ ਦਿੰਦਾ ਜਾਏਗਾ ਉਹ ਇੱਥੋਂ ਨਿਕਲਦਾ ਜਾਏਗਾ। ਕਹਿੰਦਾ ਬਹਰਹਾਲ ਸਾਨੂੰ ਸਮਝ ਨਾ ਆਵੇ ਹੁਣ ਅਸੀਂ ਪੈਸਾ ਕਿੱਥੋਂ ਦੇਣਾ। ਕਹਿੰਦਾ ਸਭ ਤੋਂ ਪਹਿਲਾਂ ਜਿਹੜਾ ਲੀਡਰ ਮੈਂ ਸਾਂ, ਕੈਪਟਨ, ਕਹਿੰਦਾ ਉਹਨਾਂ ਮੈਨੂੰ ਬੁਲਾਇਆ। ਉਹਨਾਂ ਆਖਿਆ ਤੂੰ ਅੱਗੇ ਆ, ਤੂੰ ਦੱਸ ਕੇ ਤੂੰ ਪੈਸਾ ਕਿਤਨਾ ਦੋਏ। ਉਹਨੇ ਆਖਿਆ ਮੈਨੂੰ ਤੇ ਕੋਈ ਪਤਾ ਨਹੀਂ। ਮੈਂ ਕਿ ਉਹਨੇ ਆਖਿਆ ਸਹੀ ਹੈ, ਅਸੀਂ ਤੈਨੂੰ ਫਿਲਹਾਲ ਹੱਥ ਨਹੀਂ ਲਾਉਂਦੇ, ਤੇਰੇ ਕੋਲੋਂ ਅਸੀਂ ਇਤਨੇ ਪੈਸਿਆਂ ਦੀ ਡਿਮਾਂਡ ਕਰਨੇ ਆ, ਅਗਰ ਤੂੰ ਦੇਂਗਾ ਇਤਨੇ ਪੈਸੇ ਤੇ ਤੈਨੂੰ ਅਸੀਂ ਫ੍ਰੀ ਕਰ ਦਿਆਂਗੇ। ਕਹਿੰਦਾ ਮੈਂ ਕਿਹਾ ਤੇ ਦੂਸਰੇ, ਕਹਿੰਦਾ ਸਾਰਿਆਂ ਕੋਲ ਅਸੀਂ ਡਿਮਾਂਡ ਕਰਨੀ ਹੈ, ਜਿਹੜਾ ਪੈਸੇ ਦੇਗਾ ਜਿਤਨੇ ਅਸੀਂ ਮੰਗਣੇ ਨੇ, ਅਗਰ ਉਹ ਪੈਸੇ ਮਿਲ ਗਏ ਤੇ ਉਹ ਬੰਦੇ ਨੂੰ ਅਸੀਂ ਛੱਡ ਦਿਆਂਗੇ। ਕਹਿੰਦਾ ਉਹਨਾਂ ਮੇਰੇ ਕੋਲ ਡਿਮਾਂਡ ਕੀਤੀ 2 ਕਰੋੜ ਦੀ। ਕਹਿੰਦਾ ਮੇਰੇ ਕੋਲ ਤੇ ਇਤਨੇ ਪੈਸੇ ਹੀ ਕੌਣ ਸੀ, ਅਗਰ ਇਤਨੇ ਪੈਸੇ ਹੁੰਦੇ ਤੇ ਮੈਂ ਸ਼ਿਪ ਤੇ ਹੀ ਕੰਮ ਕਰਨਾ ਸੀ। ਕਹਿੰਦਾ ਬਹਰਹਾਲ ਮੈਂ ਕਿਹਾ ਮੇਰੇ ਕੋਲ ਤੇ ਇਤਨੇ ਪੈਸੇ ਨਹੀਂ ਹੈ। ਉਹਨੇ ਆਖਿਆ ਬਹਰਹਾਲ ਤੂੰ ਕੰਟੈਕਟ ਕਰ ਆਪਣੀ ਕੰਪਨੀ ਨਾਲ, ਅਗਰ ਉਹ ਰਾਬਤਾ ਸਾਡੇ ਨਾਲ ਕਰਨਗੇ ਤੇ ਫਿਰ ਅੱਗੋਂ ਅਸੀਂ ਦੇਖਾਂਗੇ ਅਸੀਂ ਤੇਰੇ ਨਾਲ ਕੀ ਕਰਨਾ। ਕਹਿੰਦਾ ਉਹਨਾਂ ਮੈਨੂੰ ਹੱਥ ਵੀ ਨਹੀਂ ਸੀ ਲਾਇਆ। ਬਹਰਹਾਲ ਕਹਿੰਦਾ ਜਿਸ ਵੇਲੇ ਉਹ ਇਸ ਤਰ੍ਹਾਂ ਹੋਇਆ ਕਿ ਕਹਿੰਦਾ ਰਾਬਤਾ ਕੀਤਾ ਗਿਆ, ਵੀਡੀਓ ਬਣਾ ਕੇ ਪੈਗਾਮ ਪਹੁੰਚਵਾਇਆ ਤੇ ਕਹਿੰਦਾ ਅੱਧੇ ਘੰਟੇ ਬਾਅਦ ਪੈਗਾਮ ਵਾਪਸ ਆ ਗਿਆ। ਉਹਨਾਂ ਆਖਿਆ ਜੀ ਅਸੀਂ 2 ਕਰੋੜ ਦੇਣ ਨੂੰ ਤਿਆਰ ਹਾਂ, ਤੂੰ ਅਗਰ ਬੰਦੇ ਨੂੰ ਹੱਥ ਨਹੀਂ ਲਾਣਾ ਤੇ ਛੱਡ ਦਿਓਗੇ। ਤੇ ਕਹਿੰਦਾ ਉਹਨਾਂ ਇਸੇ ਤਰ੍ਹਾਂ ਕੀਤਾ। ਕਹਿੰਦਾ ਬਹਰਹਾਲ ਉਹਨਾਂ 2 ਕਰੋੜ ਜਿਹੜਾ ਜਿੱਥੇ ਵੀ ਉਹ ਮੰਗਵਾਇਆ ਤੇ ਉਹਨਾਂ ਮੈਨੂੰ ਜਿਹੜਾ ਕਹਿੰਦਾ ਛੱਡਤਾ ਤੇ ਮੈਨੂੰ ਦੁਬਾਰਾ ਉਹ ਸ਼ਿਪ 'ਚ ਛੱਡ ਆਏ। ਕਹਿੰਦਾ ਜਿਸ ਵੇਲੇ ਸ਼ਿਪ 'ਚ ਛੱਡਿਓ ਤੇ ਕਹਿੰਦਾ ਮੈਂ ਜਿਸ ਵੇਲੇ ਉੱਥੇ ਗਿਆ ਜਾ ਕੇ ਦੇਖਿਆ ਤੇ ਸ਼ਿਪ 'ਚ ਖੂਨ ਹੀ ਖੂਨ ਹੋਇਆ। ਕਹਿੰਦਾ ਮੈਨੂੰ ਸਮਝ ਆ ਗਈ ਕਿ ਉਹ ਮੁੰਡਾ ਜਿਹੜਾ ਛੁਪਿਆ ਸੀ ਨਾ ਉਹਨੂੰ ਮਾਰ ਦਿੱਤਾ ਨੇ ਤੇ ਸੱਟ ਦਿੱਤਾ ਨੇ। ਕਹਿੰਦਾ ਜਿਉਂ ਹੀ ਉਹ ਉੱਤੇ ਆਏ ਨੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਕੋਈ ਇੱਥੋਂ ਬੰਦਾ ਮਿਲਿਆ ਸੀ। ਉਹਨਾਂ ਆਖਿਆ ਮਿਲਿਆ ਸੀ ਸਾਨੂੰ ਬੰਦਾ, ਉਹ ਆਪੋ ਹੀ ਬਾਹਰ ਨਿਕਲ ਕੇ ਆਇਆ ਸੀ, ਅਸੀਂ ਇੱਥੇ ਆਪਣਾ ਬੰਦਾ ਬਿਠਾ ਕੇ ਗਏ ਸਾਂ ਤੇ ਉਹ ਜਿਹੜਾ ਅਸੀਂ ਮਾਰ ਕੇ ਸਮੁੰਦਰ 'ਚ ਛੱਡ ਦਿੱਤਾ। ਕਹਿੰਦਾ ਪਰ ਮੈਂ ਉੱਥੇ ਜਾ ਕੇ ਸ਼ਿਪ 'ਚ ਬਹਿ ਗਿਆ ਕਿਉਂਕਿ ਮੈਂ ਤੇ ਆਜ਼ਾਦ ਹੋ ਕੇ ਆ ਗਿਆ ਸਾਂ। ਕਹਿੰਦਾ ਉਸ ਤੋਂ ਬਾਅਦ ਜਾਂ 3 ਬੰਦੇ ਹੋਰ ਉਹਨਾਂ ਆਪਣਾ ਪੈਸਾ ਦੇ ਲਿਆ ਸੀ। ਕਹਿੰਦਾ ਬਾਕੀ ਜਿਹੜੇ ਪਿੱਛੇ ਰਹਿ ਗਏ ਸੀ, ਕਹਿੰਦਾ ਉਹਨਾਂ ਕੋਲ ਪੈਸੇ ਕੋਈ ਨਹੀਂ ਸੀ। ਕਹਿੰਦਾ ਉਹਨਾਂ ਨੂੰ ਮਾਰ ਕੇ ਸੋਟੇ। ਕਹਿੰਦਾ ਉਹਨਾਂ ਇਤਨਾ ਜ਼ੁਲਮ ਕੀਤਾ। ਉਹਨਾਂ ਦੇ ਵੀਡੀਓ ਕਲਿੱਪ ਦੇਖੀਏ ਤੇ ਕਹਿੰਦਾ ਇੱਕ ਵਾਰੀ ਜਿਹੜਾ ਬੰਦੇ ਦਾ ਜਿਸਮ ਜਿਹੜਾ ਉਹ ਕੰਮਣ ਲੱਗ ਪੈਂਦਾ ਹੈ, ਇਤਨਾ ਜ਼ਿਆਦਾ ਉਹਨਾਂ ਨੇ ਜ਼ੁਲਮ ਕੀਤਾ। ਬਹਰਹਾਲ ਕਹਿੰਦਾ ਉਹ ਉਹਨਾਂ ਨੂੰ ਤਕਰੀਬਨ ਮਹੀਨਾ ਸਾਰਾ ਉੱਥੇ ਰੱਖਿਓ ਨੇ। ਉਸ ਤੋਂ ਬਾਅਦ ਉਹਨਾਂ ਨੂੰ ਵੀ ਉੱਥੇ ਸ੍ਰੀਲੰਕਾ 'ਚ ਉਹਨਾਂ ਛੱਡ ਦਿੱਤਾ। ਕਹਿੰਦਾ ਛੱਡਿਆ ਤੇ ਉਹ ਬੜੀ ਮੁਸ਼ਕਿਲ ਨਾਲ ਵਾਪਸ ਪਹੁੰਚੇ। ਜ਼ਾਹਰੀ ਗੱਲ ਹੈ, ਕਹਿੰਦਾ ਜਿਸ ਬੰਦੇ ਨੇ ਇਹਨਾਂ ਨੂੰ ਜੈਂਟ ਨੇ ਕੱਢਿਆ ਸੀ, ਕਹਿੰਦਾ ਉਹ ਜੈਂਟ ਦਾ ਉਹਨਾਂ ਨਾਂ ਲਿਆ ਜਾ ਕੇ ਕਿ ਇਹਨੇ ਜਿਹੜਾ ਸਾਡੇ ਨਾਲ ਇਹ ਕੰਮ ਕੀਤਾ ਹੈ। ਕਹਿੰਦਾ ਖਬਰ ਬੜੀ ਮਸ਼ਹੂਰ ਹੋ ਗਈ ਸੀ। ਕਹਿੰਦਾ ਅੱਗੋਂ ਹਕੂਮਤ ਨੇ ਉਹਦੇ ਤੇ ਐਕਸ਼ਨ ਲਿਆ ਤੇ ਉਹਨੂੰ ਫੜ ਲਿਆ ਬੰਦੇ ਨੂੰ। ਕਹਿੰਦਾ ਜਿਹੜਾ ਮੇਰੇ ਤੋਂ ਵੱਡਾ ਅਫਸਰ ਸੀ ਉਹਨੂੰ ਵੀ ਫੜ ਲਿਆ। ਕਹਿੰਦਾ ਹਾਲਾਂਕਿ ਉਹਨੇ ਇਹ ਚਾਹਿਆ ਸੀ ਕਿ ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਮੈਂ ਉਹਦਾ ਜਿਹੜਾ ਕਹਿੰਦਾ ਉਹਨੇ ਮੇਰੇ ਪੈਸੇ ਦੇ ਦਿੱਤੇ ਸੀ 2 ਕਰੋੜ ਰੁਪਈਆ, ਲੇਕਿਨ ਕਹਿੰਦਾ ਮੈਂ ਕੀ ਕਹਿਣਾ ਸੀ ਉਹ ਆਪੂ ਹੀ ਫਸ ਗਿਆ ਸੀ ਦੂਜੇ ਮੁੰਡਿਆਂ ਦੇ ਜ਼ਰੀਏ। ਕਹਿੰਦਾ ਬਹਰਹਾਲ 3 ਤੇ ਚੰਗਾ ਜ਼ੁਲਮ ਹੋਇਆ ਸੀ, ਬਾਕੀ ਜਿਹੜਾ ਆਸਾਨੀ ਨਾਲ ਆ ਗਏ ਸੀ। ਕਹਿੰਦਾ ਸਾਡੇ ਨਾਲ ਐਸੇ ਵਾਕਿਆ ਹੁੰਦੇ ਨੇ ਕਿ ਇਨਸਾਨ ਸੋਚੇ ਨਾ ਤੇ ਇੱਕ ਵਾਰੀ ਇਨਸਾਨ ਦੀਆਂ ਲੱਤਾਂ ਵੀ ਕੰਮਣ ਲੱਗ ਪੈਂਦੇ। ਕਹਿੰਦੇ ਸਮੁੰਦਰ ਦਾ ਸਫ਼ਰ ਇਤਨਾ ਆਸਾਨ ਨਹੀਂ ਹੈ ਜਿਤਨਾ ਬੰਦੇ ਸਮਝਦੇ ਨੇ। ਕਹਿੰਦਾ ਸਮੁੰਦਰ ਦਾ ਸਫ਼ਰ ਬਹੁਤ ਮੁਸ਼ਕਿਲ ਹੈ, ਇਨਸਾਨ ਦੀ ਜ਼ਿੰਦਗੀ ਦੇ ਜਿਹੜਾ ਨਾ ਉਹ ਬੜਾ ਮਸਲੇ ਬਣਦੇ ਨੇ। ਬਾਕੀ ਇਹ ਕਿ ਕੋਸ਼ਿਸ਼ ਕਰਿਆ ਕਰੋ, ਅਗਰ ਮੇਰੀ ਵੀਡੀਓ ਅੱਛੀ ਲੱਗੇ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਦਿਆ ਕਰੋ। ਬਾਕੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ।